Hello guys, good morning to all of you. Welcome to Tech Weather. This is Anamika here. So guys, as you know, your CTET exam is coming soon, 20th August, right? So ਉਹਦੇ ਰਿਗਾਰਡਿੰਗ ਆਪਾਂ ਨਵੀਂ ਸੀਰੀਜ਼ ਚਲਾ ਰਹੇ ਹਾਂ ਜੋ ਕਿ ਲਾਸਟ ਜਿਹੜੇ ਇਅਰਸ ਦੇ ਪ੍ਰੀਵੀਅਸ ਐਗਜ਼ਾਮਸ ਨੇ ਜੋ ਪ੍ਰੀਵੀਅਸ ਪੇਪਰਸ ਨੇ ਉਹਨਾਂ ਨੂੰ ਆਪਾਂ ਇੱਥੇ ਕੀ ਕਰਾਂਗੇ ਸੋਲਵ ਆਊਟ ਕਰਾਂਗੇ 1 ਬਾਈ 1 ਰਾਈਟ ਸੋ ਅੱਜ ਆਪਾਂ ਪਹਿਲਾ ਪੇਪਰ ਜਿਵੇਂ ਕਿ 2011 ਦਾ ਪੇਪਰ ਹੈ ਉਹਦੀ ਇੰਗਲਿਸ਼ ਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ ਸੀਟੈਟ ਪੇਪਰ 2011 ਓਕੇ ਸੋ ਗਾਇਜ਼ ਇਫ ਯੂ ਹੈਵ ਐਨੀ ਕੁਐਰੀ ਕਿਸੇ ਵੀ ਰਿਗਾਰਡਿੰਗ ਕੋਈ ਕੁਐਰੀ ਹੈ ਤਾਂ ਯੂ ਮੇ ਕਾਲ ਔਨ ਦਿਸ ਨੰਬਰ ਤੁਸੀਂ ਇਸ ਨੰਬਰ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਤਾਂ ਅੱਜ ਆਪਾਂ ਫਸਟ ਜੋ ਹੈ ਪੇਪਰ 2011 ਦਾ ਉਹਨੂੰ ਆਪਾਂ ਡਿਸਕਸ ਕਰਦੇ ਹਾਂ ਆਪਾਂ ਇਹਦੇ ਕੁਐਸਚਨਸ ਵੀ ਡਿਸਕਸ ਕਰਨੇ ਆ ਜੋ ਇਹਦੇ ਪੈਡਾਗੋਜੀਕਲ ਕੁਐਸਚਨਸ ਨੇ ਐਂਡ ਇਹਦੇ ਜਿਹੜੇ comprehensions ਨੇ ਉਹਨਾਂ ਨੂੰ ਵੀ ਆਪਾਂ ਡਿਸਕਸ ਕਰਾਂਗੇ ਠੀਕ ਹੈ ਤਾਂ ਫਰਸਟ ਕੁਐਸਚਨ ਇਹਦਾ 91 ਤੋਂ ਸਟਾਰਟ ਹੈ ਬਈ ਇੰਗਲਿਸ਼ 91 to 120 ਇੰਗਲਿਸ਼ ਪੋਰਸ਼ਨ ਆਪਣਾ ਇੰਨਾ ਰਹਿੰਦਾ ਹੈ ਤਾਂ ਆਪਾਂ ਪਹਿਲਾ ਕੁਐਸਚਨ ਸਟਾਰਟ ਕਰਦੇ ਹਾਂ ਪਹਿਲਾ ਕੁਐਸਚਨ ਹੈ ਦਾ ਸਪੋਕਨ ਸਕਿੱਲ in a language teaching classroom can be developed through ਕਿਸ ਥਰੂ ਆਪਾਂ ਡਿਵੈਲਪ ਕਰ ਸਕਦੇ ਹਾਂ ਸਪੋਕਨ ਮਤਲਬ ਬੋਲਣਾ ਸਿਖਾਣਾ ਹੈ ਸਪੀਕਿੰਗ ਸਕਿੱਲ ਸਿਖਾਣੀ ਹੈ ਉਹਨਾਂ ਨੂੰ ਸਪੀਕਿੰਗ ਸਕਿੱਲ ਕਿੱਦਾਂ ਡਿਵੈਲਪ ਕਰ ਸਕਦੇ ਹਾਂ ਹਾਂਜੀ enable activities with a force on conversation skill leading to communicative competence group activities where the learner can talk whichever language ਜਿਹੜੀ ਮਰਜ਼ੀ ਭਾਸ਼ਾ ਵਿੱਚ ਉਹ ਬੋਲ ਲੇ no whichever language ਨਹੀਂ ਜੇ ਆਪਾਂ ਇੰਗਲਿਸ਼ ਸਿਖਾਣੀ ਹੈ ਤਾਂ ਇੰਗਲਿਸ਼ ਦੇ ਬਾਰੇ ਹੀ ਗੱਲ ਕਰਿਓ engaging in small talks confident aggressive learning small talks मतलब ਜਿਹੜੀਆਂ ਆਪਣੀਆਂ ਗੱਲਬਾਤਾਂ ਹੁੰਦੀਆਂ ਉਹਦੇ ਵਿੱਚ ਕੰਮ ਗੱਲਾਂ ਕਰਦੇ ਰਹੇ no emotionally connecting with learner no ਤਾਂ ਬਿਲਕੁਲ ਸਹੀ ਹੈ ਬਈ ਪਹਿਲਾ ਆਨਸਰ ਕਨਵਰਸੇਸ਼ਨ ਕਰਨ ਕਮਿਊਨੀਕੇਟਿਵ ਕੰਪੀਟੈਂਸ ਤੇ ਆਪਣੀ ਮੀਨਿੰਗਫੁਲ ਟਾਕ ਕਰਨ ਇੱਥੇ ਤੁਸੀਂ ਇਹ ਵੀ ਲਿਖ ਸਕਦੇ ਹੋ ਮੀਨਿੰਗਫੁਲ ਟਾਕ ਠੀਕ ਹੈ ਜੀ ਤਾਂ A is the right answer here next question ਹੈ ਜੀ ਲਲਿਤਾ a teacher of young learner ਕਿਹਦੀ ਟੀਚਰ ਹੈ young learner ਦੀ ਟੀਚਰ ਹੈ provides them with opportunity to play and clay water and sand so as to ਕਿਹਦੇ ਲਈ ਕਰਦੇ ਆ ਬਈ ਕਿਸ ਲਈ ਪ੍ਰੋਵਾਈਡ ਕਰ ਰਹੀ ਹੈ ਇਦਾਂ ਦੀਆਂ ਚੀਜ਼ਾਂ ਨੂੰ ਤਾਂ ਕਿ ਬੱਚੇ ਖੁਸ਼ ਹੋ ਜਾਣ dirty their hands so that they may learn to wash them ਉਹਨਾਂ ਦੇ ਹੱਥ ਗੰਦੇ ਕਰਵਾ ਰਹੇ ਤਾਂ ਕਿ ਉਹ ਵਾਸ਼ ਕਰ ਸਕਣ no build their fine motor skills yes ਉਹਨਾਂ ਦੀਆਂ fine motor ਜਿਹੜੀਆਂ skills ਨੇ especially for the fingers and thumbs ਇਹਨਾਂ ਚੀਜ਼ਾਂ ਦੀ ਕੀ ਹੈ ਵਰਤੋਂ ਕਰਵਾ ਰਹੀ ਹੈ it means she is trying learning by doing right so C is the right answer here learning by doing करवा रही है encourage play with no other objective encourage कर रही है ताकि वो मिट्टी नाल ही खेड लैन क्योंकि और कोई ऑब्जेक्ट नहीं है उन्होंने को इदां दा कुछ नहीं क्लियर है जी नेक्स्ट how will a teacher best teach writing skill to a class एक टीचर बेस्ट राइटिंग स्किल टीच किदां कर सकदे एक क्लास ਨੂੰ मतलब ਕੀ ਹੈ ਰਾਈਟਿੰਗ ਸਿਖਾਣੀ ਹੈ ਬੱਚਿਆਂ ਨੂੰ ਰਾਈਟਿੰਗ ਕਿਦਾਂ ਸਿਖਾ ਸਕਦੇ ਆਪਾਂ ਬੱਚਿਆਂ ਨੂੰ ਡਿਕਟੇਸ਼ਨ ਦੇ ਰਾਹੀਂ by asking student to learn articles and rewrite them by brainstorming idea brainstorming ਹੁੰਦਾ ਮਤਲਬ ਉਹਨਾਂ ਦਿਮਾਗ 'ਚ ਜੋ ਵੀ ਆਈਡੀਆਜ਼ ਆਉਂਦੇ ਉਹਨਾਂ ਨੂੰ ਚੰਗੀ ਤਰ੍ਹਾਂ ਰਿਪਰੈਜ਼ੈਂਟ ਕਰਨ ਦਿਓ and asking students to write in their own words या by asking student to write neatly the right answer ਕੀ ਬਣਦਾ ਹੈ ਬਾਈ C ताकि वो अपने उन्होंने ब्रेनस्टॉर्म मतलब अपना ब्रेन यूज ਕਰਨ ਕਰਕੇ ਫ੍ਰੀਲੀ ਰਾਈਟ ਕਰ ਸਕਣ ਇਹਨੂੰ ਤੁਸੀਂ ਕਹਿ ਸਕਦੇ ਹੋ ਫ੍ਰੀ ਰਾਈਟਿੰਗ ਜਿਹਦੇ ਵਿੱਚ ਟੀਚਰ ਨਹੀਂ ਧਿਆਨ ਦੇਗਾ ਉਹਦੀ ਗ੍ਰਾਮੈਟਿਕਲ ਮਿਸਟੇਕ ਜਾਂ ਤੁਸੀਂ ਕਹਿ ਸਕਦੇ ਹੋ ਉਹਨਾਂ ਦੀ ਜਿਹੜੀ ਸੈਂਟੈਂਸ ਸਟਰਕਚਰ ਮਿਸਟੇਕ ਹੈ ਸਿਰਫ ਟੀਚਰ ਇੱਕ ਵਾਰ ਰਾਈਟਿੰਗ ਸਕਿੱਲ ਸਿਖਾ ਰਿਹਾ ਹੈ ਤਾਂ ਕਿ ਉਹ ਆਪਣੇ ਦਿਮਾਗ ਦੇ ਵਿੱਚ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਆਈਡੀਆ ਹੈ ਜੋ ਉਹਨਾਂ ਦੇ ਫੀਲਿੰਗ ਹੈ ਉਸ ਚੀਜ਼ ਨੂੰ ਟੋਟਲੀ ਐਕਸਪ੍ਰੈਸ ਕਰ ਸਕਣ ਦੈਟਸ ਵਾਈ ਓਕੇ
ਤਾਂ ਨੈਕਸਟ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ ਬਈ ਮੈਰੀ ਅ ਯੰਗਰ ਟੀਚਰ believe in personalized learning because she thinks that personalized learning it believe ਕਰਦੇ ਆ ਮੈਮ ਕਿਉਂ ਕਰਦੇ ਆ ਬਈ because she think that all learner must have their own ਵੀ ਹਰ ਕੋਈ ਬੰਦਾ ਆਪੇ ਪੜ ਸਕਦਾ ਹੈ ਤਾਂ ਕਿ ਆਪੇ ਹੀ ਪੜਨ ਐਦਾਂ ਲਈ या children must enjoy their learning मतलब आपे पढ़ना आपे enjoy करन या every person must be exposed of learning हर किसी ਨੂੰ आपे पढ़ना चाहिए या every learner is unique and needs to be given a chance to develop the best quality best their ability तो बिल्कुल ठीक है भाई डी सही आ रहे थे बाकी अपन ਨੂੰ नहीं सही सी personalized learning मतलब खुद अपने आप लर्न करना कहते एवरी पर्सन इज यूनिक हर एक पर्सन यूनिक है कोई स्लो लर्न कर लेंदा है कोई फास्ट करदा है कोई साइलेंट बोल के करदा है कोई लाउड बोल के करदा है मतलब हर किसी ਨੂੰ अपना अपना वे है याद करन दा ਤਾਂ हर किसी ਨੂੰ ਉਦਾਂ ਦਾ ਮੌਕਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਐਬਿਲਿਟੀ ਨੂੰ ਬੈਸਟ ਤਰੀਕੇ ਨਾਲ ਕਰ ਸਕਣ नेक्स्ट देखो भाई in a diverse classroom learners find a difficult to speak and write good English and often lapse into their mother tongue because क्यों भाई in a diverse classroom learners find it difficult to speak and write good English speak and write ठीक है जी and often lapse ਹੁੰਦਾ ਹੈ ਕਿਸੇ ਚੀਜ਼ ਵਿੱਚ ਕਮੀ ਆਣਾ lapse मतलब lack of competence lapse ਦਾ मतलब है ठीक है जी तो आंसर की आएगा भाई they do not have ability to learn English they are slow learners they are not motivated to learn they lack enough competence and the structure of the two language as are different from each other तो बिल्कुल सही है ਉਹਨਾਂ 'ਚ ਕਮੀ ਆ ਰਹੀ ਹੈ ਮਦਰ ਟੰਗ ਤੇ ਇੰਗਲਿਸ਼ ਨੂੰ ਮਿਕਸ ਅਪ ਕਰਨ ਦੇ ਵਿੱਚ ਠੀਕ ਹੈ ਜੀ डिफरेंशिएट ਕਰਨ ਦੇ ਵਿੱਚ ਤਾਂ ਡੀ ਜੋ ਹੈ ਬਿਲਕੁਲ ਰਾਈਟ ਆਨਸਰ ਹੈ नेक्स्ट a child studying in the class third says ਕੀ ਕਹਿੰਦਾ I drank the water ਹਮੇਸ਼ਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਹਾਂ ਜਦੋਂ ਵੀ ਤੁਹਾਨੂੰ ਕਹਿ ਦੇਣਾ ਕਿ ਇੱਕ ਬੱਚਾ ਜਾਂ ਕੋਈ ਇੱਕ ਬੱਚਾ ਹੈ ਉਹਨੂੰ ਕੱਲ ਇੱਕ ਟੀਚਰ ਨੇ ਰੂਲ ਸਮਝਾਇਆ ਸੀ ਉਸੇ ਰੂਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਕੀ ਕਰਦਾ ਹੈ हर चीज ਨੂੰ ਉਵੇਂ ਹੀ ਬਣਾ ਦਿੰਦਾ ਹੈ मैम ने क्या सेकंड फॉर्म लगानी है ना वो हर चीज ईडी लगाती सेकंड फॉर्म लगाती इट मींस ओवर जनरलाइजेशन की है उन्हें ये हमेशा चीज ਨੂੰ याद ही रख लो जेकर पूछा जावे कि एक बच्चे ने ऐदा करना सी ऐदा करता क्योंकि उन्हें रूल याद किया होया सी मैम ने रूल समझाया सी थोड़े दिन पहला उन्हें वो याद रखा सी इट मींस ओवर जनरलाइजेशन ठीक है जी that indicates that child has overgeneralization overgeneralize the rule for making past tense verb showing that learning is taking place ਉਹਨੂੰ ਇੱਕੋ ਹੀ ਚੀਜ਼ ਸਮਝ ਆਈ ਕਿ ਜੇ ਪਾਸਟ ਹੈ ਤਾਂ ਬਸ ਈਡੀ ਜੋੜ ਦੋ ਡਰਿੰਕ ਡਰੈਂਕ ਡਰੰਕ ਹੁੰਦਾ ਹੈ ਤਾਂ ਬਸ ਉਹਨੇ ਈਡੀ ਸਮਝਿਆ ਹੋਇਆ ਸੀ ਕਿਉਂਕਿ ਮੈਮ ਨੇ ਜੋ ਸੈਂਟੈਂਸ ਕਰਾਏ ਮੇ ਬੀ ਉਹ ਈਡੀ ਵਾਲੇ ਸੀ ਦੈਟਸ ਵਾਈ ਉਹਨੇ ਕੀ ਕਰ ਲਿਆ ਓਵਰ ਜਨਰਲਾਈਜ਼ ਕਰ ਲਿਆ ग्रहण कर लिया उस चीज उदा ही ठीक है तो ये ऑप्शन याद रख लियो बस जिथे भी तुसी आ चीज देखो तो हमेशा ओवर जनरलाइजेशन होता है क्योंकि आप ये सोच लेना मैम ने एवें करवाया सी ना ये भी एवें ही होएगा ठीक है उन्हें सेकंड फॉर्म नहीं देखा उन्हें सोचा सेकंड फॉर्म हमेशा ईडी नाल ही होंदी है चलो नेक्स्ट है जी लीना यूज बिग रीडिंग बुक इन हर लैंग्वेज क्लासेस 2 ਵੱਡੀਆਂ ਵੱਡੀਆਂ ਰੀਡਿੰਗ ਬੁక్స్ ਨੂੰ ਯੂਜ਼ ਕਰਦੀ ਹੈ ਕਿਉਂ ਕਰਦੀ ਹੈ ਬਈ
use these illustrated colorful books to reading together, use them for big student, ਵੱਡੇ students ਦੇ ਲਈ ਇਹ ਤਾਂ ਕੋਈ ਗੱਲ ਹੀ ਨਾ ਬਣੀ, allow student to read at home, ਵੱਡੀਆਂ books ਦੇਤੀਆਂ ਤਾਂ ਕਿ ਘਰੇ ਪੜ੍ਹ ਲੈਣ, ensure books carry a lot of information, ਵੱਡੀਆਂ book ਦੇ ਵਿੱਚ information ਜ਼ਿਆਦਾ ਹੋਏਗੀ ਇਹ ਵੀ ਨਹੀਂ ਹੋ ਸਕਦਾ ਹਨਾ, तो ਵੱਡੀਆਂ book ਤਾਂ ਪ੍ਰੈਫਰ ਕਰਦੀ ਹੈ ਤਾਂ ਕਿ ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਿਕਚਰਸ ਹੋਣ, ਕਲਰਫੁਲ ਚੀਜ਼ਾਂ ਹੋਣ ਤਾਂ ਕਿ ਬੱਚਾ ਕੀ ਹੈ ਇੰਟਰਸਟ ਲੈ ਕੇ ਉਸ ਚੀਜ਼ ਨੂੰ ਗ੍ਰੈਸਪ ਕਰ ਸਕੇ, ਰਾਈਟ। ਤਾਂ ਇਹ ਜੋ ਹੈ ਇੱਥੇ ਬਿਲਕੁਲ ਕਰੈਕਟ ਆਪਸ਼ਨ ਹੈ ਬਈ। ਨੈਕਸਟ, ਗ੍ਰਾਮਰ ਸ਼ੁੱਡ ਬੀ ਟੌਟ ਬਾਈ, ਗ੍ਰਾਮਰ ਨੂੰ ਕਿੱਦਾਂ ਪੜ੍ਹਾਉਣੀ ਚਾਹੀਦੀ ਹੈ ਬਈ, क्लियर एक्सप्लेनेशन देके या enabling practice in a context, वक्त तो वक्त प्रैक्टिस करवा के, asking student to learn rules, बच्चन को सिर्फ रूल्स पढ़ लो तो क्रैमिंग होगी, making learners to do written assignment बना लो तो बच्चे पढ़ लेंगे, वक्त तो वक्त प्रैक्टिस करवाई जाएगी, जिन्नी तुसी एक्सरसाइजेस करवाओगे, प्रैक्टिस शीट्स करवाओगे उन्नी ज्यादा उन्होंने की है ग्रामर आएगी, ते ग्रामर ਨੂੰ ਇਦਾਂ ਹੀ ਪੜਾਉਣਾ ਚਾਹੀਦਾ, ਜਿੰਨੇ ਜ਼ਿਆਦਾ ਤੁਸੀਂ ਸੈਂਟੈਂਸ ਉਦਾਂ ਦੇ ਦਿਓਗੇ, ਜਿੰਨੀ ਜ਼ਿਆਦਾ ਗ੍ਰਾਮਰ ਦੀ ਪ੍ਰੈਕਟਿਸ ਕਰਵਾਓਗੇ ਉਨੀ ਜ਼ਿਆਦਾ ਗ੍ਰਾਮਰ ਉਹਨੂੰ ਯੂਜ਼ ਕਰਨੀ ਵੀ ਆਏਗੀ। ਨੈਕਸਟ ਹੈ ਜੀ, children who are differentially able join a new school, ਨਵਾਂ ਸਕੂਲ ਜੁਆਇਨ ਕਰਦੇ ਆ, ਟੀਚਰ give different reactions, which one reflects the concept of inclusive education, ਇਹਨਾਂ ਵਿੱਚੋਂ ਕਿਹੜਾ ਕਨਸੈਪਟ ਹੈ ਜੋ ਇਨਕਲੂਸਿਵ ਐਜੂਕੇਸ਼ਨ ਨੂੰ ਜਤਾਉਂਦਾ ਹੈ। ਕਹਿੰਦੇ ਮੈਂ ਤੁਹਾਨੂੰ ਗੱਲ ਦੱਸਦੀ ਹਾਂ, ਦੇਖੋ ਜਿਵੇਂ ਮੈਂ ਸਕੂਲ ਦੀ ਕਲਾਸ ਟੀਚਰ ਹਾਂ, ਰਾਈਟ, ਤੇ ਮੈਂ ਕਲਾਸ ਟੀਚਰ ਹੋਣ ਦੇ ਨਾਤੇ ਜਦੋਂ ਮੇਰੀ ਕਲਾਸ ਦੇ ਵਿੱਚ ਡਿਫਰੈਂਟਲੀ ਏਬਲਡ ਬੱਚਾ ਆਉਂਦੇ ਨੇ, ਠੀਕ ਹੈ, ਤਾਂ ਮੇਰਾ ਰਿਐਕਸ਼ਨ ਕਿੱਦਾਂ ਦਾ ਹੋਣਾ ਚਾਹੀਦਾ ਹੈ, ਇਫ ਆਈ ਐਮ ਟੀਚਿੰਗ ਇਨ ਇਨਕਲੂਸਿਵ ਐਜੂਕੇਸ਼ਨ, ਅਗਰ ਮੇਰਾ ਕਨਸੈਪਟ ਇਨਕਲੂਸਿਵ ਐਜੂਕੇਸ਼ਨ ਦਾ ਹੈ ਤਾਂ ਮੇਰਾ ਰਿਐਕਸ਼ਨ ਕਿੱਦਾਂ ਦਾ ਹੋਏਗਾ, good, it will provide a good opportunity for the children to learn, to help each other and be supportive, ऐदा दा मैनू होना चाहिदा है, या फिर such children should go to special school where they will learn better, या मैं कहांगी इन्हां नू कड्डो इथों बाहर दूसरे स्कूल पाओ, या फिर oh how can I teach children who cannot even read, ऐदा दे बच्चों नू मैं किद्दां पढ़ावां जिहड़े पढ़ ही नहीं सकदे। नेक्स्ट, I am worried that my class these may not accept children and some of the mischievous children may even harm the poor kid, या मैं सोचा भी किसी नू हार्म ना पहुंचा दे, तो रिएक्शन कितना ना होना चाहिए एज एन इंक्लूसिव एजुकेशनल टीचर, तो होएगा गुड, ठीक है, यस गुड, कम इन बेटी कम इन, यस आई विल हेल्प यू, ठीक है, बी अ सपोर्टिव, सपोर्ट करना है तुसी बच्चे नू ताकि वो बच्चा भी सीख सके, इंफीरियर फील ना करे, तो ए जो है बिल्कुल करेक्ट आंसर है। नेक्स्ट, द राइट ऑफ चिल्ड्रन टू फ्री एंड कंपल्सरी एजुकेशन एक्ट 2009 स्टिपुलेट्स दैट लर्निंग शुड बी, किदां दी लर्निंग होनी चाहिए है, 2009 RTE राइट टू फ्री एंड कंपल्सरी एजुकेशन, ਇਹਦੇ ਵਿੱਚ ਕੀ ਕਿਹਾ ਗਿਆ ਸੀ ਕਿ 6 ਤੋਂ 14 ਸਾਲ ਦੇ ਬੱਚੇ ਫ੍ਰੀ ਐਜੂਕੇਸ਼ਨ ਪ੍ਰਾਪਤ ਕਰਨਗੇ, ਤੇ ਜਿਹੜੀ ਵੀ ਐਜੂਕੇਸ਼ਨ ਕਰਵਾਈ ਜਾਏਗੀ ਉਹ ਕਿਹਦੇ ਅਕੋਰਡਿੰਗ ਹੋਏਗੀ, ਚਾਈਲਡ ਫ੍ਰੈਂਡਲੀ ਹੋਏਗੀ, ਤੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਪਨਿਸ਼ਮੈਂਟ ਐਂਡ ਮੈਂਟਲ ਹੈਰਾਸਮੈਂਟ नहीं की जाएगी, ठीक है जी। तो की करेंगे, थ्रू एक्टिविटीज इन अ चाइल्ड फ्रेंडली मैनर, सपोर्टेड बाय एक्स्ट्रा कोचिंग, नो रिस्ट्रिक्टेड कोर रिस्ट्रिक्ट सब्जेक्ट्स, जेडे एक्टिविटी वाले सब्जेक्ट उन्होंने मना कर दो, नो केयरफुली मॉनिटर द फ्रीक्वेंट टेस्टिंग, नो, तो की कहंदा सी बई ओ कि बच्चों नू फ्रीली पढ़ाया जाए, चाइल्ड सेंटर्ड एजुकेशन प्रोवाइड करवाई जाए, तो ये जो आंसर है बिल्कुल सही है।
नेक्स्ट, a teacher can cater to the learning style of all children by, किदां कर सकदा है? हाँ जी, किदां कर सकदा भाई? पहली गल तो इत्थे भी आ गया, विच कैटर टू डाइवर्सिटी अमंग लर्नर्स। बी ऑप्शन दे विच तो पूरा ही पिया, राइट? तो ऑप्शन की ने फर्स्ट, एडवर्टाइजिंग द चिल्ड्रन टू जॉइन ड्राइंग, डांस, म्यूजिक क्लासेस, या फिर employing a variety of teaching methods and modes of assessment which cater the diversity among the learners। कैटर होंदा उनकी जरूरत के अनुसार, ठीक है? या टीचिंग एवरी लेसन थ्रू एंड थॉरली एंड रिवाइजिंग द लेसन, या टेस्टिंग द चिल्ड्रन फ्रीक्वेंटली? नो, बी इज द राइट आंसर। ਵੱਖ-ਵੱਖ ਤਰੀਕਿਆਂ ਨਾਲ ਪੜਾਓ, ਵੱਖ-ਵੱਖ ਤਰੀਕਿਆਂ ਨਾਲ ਅਸੈਸ ਕਰੋ ਤਾਂ ਕਿ ਬੱਚੇ ਕੀ ਹੈ ਉਹਨਾਂ ਦੀ ਜਿਹੜੀ ਜ਼ਰੂਰਤ ਉਹ ਪੂਰੀ ਕੀਤੀ ਜਾ ਸਕੇ। ਨੈਕਸਟ, as part of class project a teacher planned a salad fruit celebration day in which all learner needs to participate। ठीक है जी, the boys protested as they felt that the boys do not cook। ਤਾਂ ਟੀਚਰ ਨੂੰ ਕੀ ਕਰਨਾ ਚਾਹੀਦਾ ਬਈ? मतलब की है ना कि एक क्लास दे विच बॉयज गर्ल्स दोनों है ना, ਤਾਂ एक ਸੈਲੀਬ੍ਰੇਸ਼ਨ ਰੱਖਿਆ ਗਿਆ, ਸੈਲਡ ਫਰੂਟ ਸੈਲੀਬ੍ਰੇਸ਼ਨ। ਤਾਂ ਬॉयਜ਼ ਕਹਿੰਦੇ ਵੀ ਅਸੀਂ ਤਾਂ ਕੁੱਕ ਕਰ ਹੀ ਨਹੀਂ ਸਕਦੇ, ਕੁੱਕ ਕਰਨਾ ਕਿਹਦਾ ਕੰਮ ਹੈ? ਲੇਡੀਜ਼ ਦਾ ਕੰਮ ਹੈ। ਸੋ ਵੀ ਡੋਂਟ, ਵੀ ਉਹਨਾਂ ਨੇ ਪ੍ਰੋਟੈਸਟ ਕੀਤਾ ਇਸ ਦੇ ਅਗੇਂਸਟ। ਤਾਂ ਟੀਚਰ ਨੂੰ ਕੀ ਕਰਨਾ ਚਾਹੀਦਾ? ਹਾਂਜੀ, ਤਾਂ ਟੀਚਰ ਨੂੰ ਕੀ ਕਰਨਾ ਚਾਹੀਦਾ? ਮੰਨ ਲੈਣਾ ਚਾਹੀਦਾ ਵੀ ਠੀਕ ਹੈ ਵੀ ਮੁੰਡੇ ਤੁਸੀਂ ਨਾ ਕਰੋ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਜਾਂ टीचर ਨੂੰ ਸਮਝਾਉਣਾ ਚਾਹੀਦਾ ਹੈ ਵੀ ਅੱਜ ਦਾ ਜੋ ਟਾਈਮ ਹੈ ਸਟੀਰੀਓਟਾਈਪਿੰਗ ਨਹੀਂ ਹੈ ਨਾ, ਇੰਨੇ ਰੂੜੀਵਾਦੀ ਸੋਚ ਨਾ ਰੱਖੋ, ਸਾਰੇ ਕੁੱਕ ਕਰ ਸਕਦੇ ਹੈ, शेफ मास्टर शेफ फीमेल हो सकती है, जेंट्स भी तो हो सकता है, मेल भी तो हो सकता है। की करना चाहिए भी टीचर नु? मेक एन अटेम्प्ट टू काउंसिल बॉयज, बॉयज दी काउंसलिंग करनी चाहिए है ताकि इंप्रेसिंग अपॉन देम दैट जेंडर स्टीरियोटाइपिंग इज नॉट हेल्दी, ताकि बच्चों ਨੂੰ ਸਮਝਾਇਆ ਜਾ ਸਕੇ ਕਿ ਜਿਹੜੀ ਰੂੜੀਵਾਦੀ ਸੋਚ ਹੈ ਨਾ ਤੁਹਾਡੀ ਉਹ ਸਹੀ ਨਹੀਂ ਹੈ। ਤੁਸੀਂ ਵੀ ਕੁੱਕ ਕਰ ਸਕਦੇ ਹੋ ਜਿੰਨਾ ਤਾਂ ਫੀਮੇਲ ਕਰ ਸਕਦੀਆਂ ਨੇ। ਬਿਲਕੁਲ ਸਹੀ ਹੈ ਬਈ, ਆਹੀ ਆਪਸ਼ਨ। ਉਹਨਾਂ ਦੇ ਸੈਂਟੀਮੈਂਟਸ ਨੂੰ ਰਿਸਪੈਕਟ ਨਹੀਂ ਦੇਣੀ, ਇਗਨੋਰ ਨਹੀਂ ਕਰਨਾ ਦੇਰਾ ਪ੍ਰੋਟੈਸਟ। ਉਹਨਾਂ ਨੂੰ ਸਮਝਾਉਣਾ ਹੈ ਵੀ ਜੇ ਫੀਮੇਲ ਚਾਹ ਬਣਾ ਸਕਦੀ ਹੈ ਤੁਸੀਂ ਵੀ ਤਾਂ ਬਣਾ ਸਕਦੇ ਹੋ। ठीक है जी, तो इदा ना कंप्लेन नू हैड ऑफ द ऑफिस ते क्यों जाना, आप ही संभालो। थोड़े स्टूडेंट ने तुसी संभाल सकते हो, उन्होंने वधिया तो वधिया एजुकेशन तुसी प्रोवाइड करनी है। तो ये जो है बिल्कुल सही आंसर है। नेक्स्ट है जी, रीड दीज टू सेंटेंसेस गिवन बिलो। द लीजर्ड एट फ्लाई, एक कहता है द लीजर्ड एट फ्लाई, एक लीजर्ड है फ्लाई नू खा गई। नेक्स्ट है जी द फ्लाई एट द लिजर्ड, फिर कहना एक फ्लाई लिजर्ड नु खा गई। किदां दे सेंटेंस ने ये? हाँ जी, these are the example of reported speech? No. They are a collection of words? No. कहते there is no difference in between two sentences because they both have same words. Words same ने but मतलब तो different बन रहा है। पहला lizard मक्खी नु खा गई, फिर मक्खी lizard नु खा गई। ਤਾਂ when subject and object change position, ਜਦੋਂ subject ਤੇ object ਆਪਣੀ position ਨੂੰ change ਕਰਦੇ ਨੇ ਤਾਂ ਉਹਨਾਂ ਦਾ meaning ਵੀ ਕੀ ਹੈ? change ਹੋ ਜਾਂਦਾ ਹੈ। ਬਿਲਕੁਲ ਸਹੀ ਹੈ। next है जी, Ritu often make errors in subject verb concord, the teacher can help her by, हमेशा एरर कर दी है भाई। ठीक है जी, तो की करना चाहिए एक टीचर नू, की करना चाहिए भाई? आस्किंग रितु टू लर्न द रूल्स एंड स्कॉल्डिंग हर, डांटना तो बिल्कुल भी नहीं है भाई, ये तो अपने
खिलाफ है। आस्किंग रितु टू राइट द रूल्स 10 टाइम्स इन अ नोटबुक, लिख तो लऊगी वो, एरर कर रही है बोलन दे विच। Examples, taking up many examples for the entire class and paying special attention to Ritu, special attention ਦਿਓ ਰਿਤੂ ਨੂੰ, ਹਨਾ। ਸਾਰੇ ਬੱਚਿਆਂ ਤੋਂ ਉਦਾਂ ਦੀਆਂ ਬੁਲਵਾਓ ਤਾਂ ਕਿ ਰਿਤੂ ਦੇ ਵਿੱਚ ਕਲੈਰਿਟੀ ਆਵੇ ਤੇ ਰਿਤੂ ਵੀ ਉਸ ਚੀਜ਼ ਨੂੰ ਸਹੀ ਸਪੀਕ ਆਊਟ ਕਰੇ। ठीक है जी, सी आंसर बिल्कुल सही है। नेक्स्ट, रिया इज अनेबल टू प्रोनाउंस द वर्ड स्माइल एंड स्कूल, सही तरह नहीं बोल पाती बई, वो क्लियरली नहीं बोल पाती। एज हर टीचर व्हाट विल यू डू, तुसी ओदे टीचर हो तो तुसी की कर सकते हो बई, तो की कर सकते हो, ह्यूमिलेट रिया बाय आइसोलेटिंग हर, उन्हें कल्ले च खड़ा कर दो तो उनको बोली चल वर्ड, या आस्किंग द एंटायर क्लास टू रिपीट द वर्ड एंड एप्रिशिएटिंग रिया व्हेन शी स्पीक, या रिपीट देम करेक्टली, एवें करोगे, या मेक रिया रिपीट द वर्ड मैनी टाइम्स, या मेक रिया अंडरस्टैंड द मीनिंग एंड साउंड पैटर्न, ਉਹਨੂੰ ਆਡੀਓ ਵਿਜ਼ੂਅਲ ਏਡਸ ਨਾਲ ਤੁਸੀਂ ਇਸ ਚੀਜ਼ਾਂ ਨੂੰ ਦਿਖਾਓਗੇ ਤਾਂ ਕਿ ਉਸ ਚੀਜ਼ ਨੂੰ ਅੰਡਰਸਟੈਂਡ ਕਰ ਪਵੇ। ਦੇਖੋ ਇਸ ਚੀਜ਼ ਤੇ ਇਸ ਚੀਜ਼ ਦੇ ਵਿੱਚ ਕੀ ਫਰਕ ਹੈ, ਇੱਥੇ ਆਡੀਓ ਵੀਡੀਓ ਏਡ ਨੂੰ ਯੂਜ਼ ਕੀਤਾ, ਆਡੀਓ ਵੀਡੀਓ ਏਡਸ ਨੂੰ, ਤੇ ਜਿੱਥੋਂ ਆਡੀਓ ਵੀਡੀਓ ਏਡ ਯੂਜ਼ ਕਰਾਂਗੇ ਉਹ ਲਰਨਿੰਗ ਆਪਣੀ ਪਰਮਾਨੈਂਟ ਲਰਨਿੰਗ ਹੋ ਜਾਂਦੀ ਹੈ ਤੇ ਬੈਸਟ ਆਪਸ਼ਨ ਵੀ ਉਹੀ ਹੁੰਦਾ। ਤਾਂ ਡੀ ਜੋ ਆਪਸ਼ਨ ਹੈ ਇੱਥੇ ਬਿਲਕੁਲ ਹੀ ਰਾਈਟ ਹੈ। चलो जी नेक्स्ट स्टार्ट होंदा अपना कॉम्प्रीहेंशन पार्ट। पहला 2-3 लाइन पढ़ते हैं आप। मैक्स वेबर लेड द फाउंडेशन फॉर माय बिलीफ दैट डिसेंट एंड हार्ड वर्किंग पीपल विद हाई एप्रिसिएशन मेक ग्रेट नोशंस नो मैटर व्हाट दे ऑड्स आर, मतलब किन्ने मर्जी साल दे होन। दिस वाज द फर्स्ट पीस ऑफ डेवलपमेंट पजल फॉर मी। महात्मा गांधी ओपनड माय आईज the importance of good leadership in rising the appreciation of people, making them accept sacrifice to achieve a grand vision, and most importantly in converting that vision into reality। both abhi this is enough for the paragraph, ठीक है। तो गल करते हैं भी द मेन पर्पस ऑफ द ऑथर, मतलब ठीक है कोई ऑथर है ਉਹਦਾ ਮੇਨ ਪਰਪਸ ਕੀ ਆ ਪੈਰਾਂ ਨੂੰ ਪੜਾਉਣ ਦਾ। ਤਾਂ ਲਾਸਟ ਵਿੱਚ ਦੇਖ ਲਓ ਬੈਟਰ ਇੰਡੀਆ ਬੈਟਰ ਵਰਡ, ਉਹ ਇਹ ਚਾਹੁੰਦੇ ਸੀ ਕਿ ਬੈਟਰ ਇੰਡੀਆ ਬੈਟਰ ਵਰਡ ਬਣੇ, ਤਾਂ ਉਹਨਾਂ ਨੇ ਇਦਾਂ ਦੇ ਚੀਜ਼ਾਂ ਨੂੰ ਬਈ ਬੁੱਕ ਵਿੱਚ ਪਾਇਆ ਹੈ ਨਾ। ਤਾਂ ਕੀ ਮਤਲਬ ਹੈ ਇਹਦਾ, delineate the lesson that he has learned for the development of nation, बिल्कुल सही है भी उन्होंने यही चीज सीखी सी भी नेशन की डिवेलपमेंट किद्दां कीती जा सके, पहला ही सही है। आर्ग्यू नहीं किया उन्होंने, डिस्कस नहीं किया राइटर ने, बाकियों ने की किया, या प्रायोरिटीज गोल्स फॉर द इकोनॉमिक की गल नहीं की, उन्होंने डिवेलपमेंट ऑफ नेशन की गल की है। The first piece of the development puzzle according to author is, तो की आंसर बनता है भाई, imbuing the citizen of the country and decency and appreciation the needs of making people understand the importance of leading वाली गल नहीं की, creating a team of industrious people to national cause,
the importance of decent, inspired and industrious people for the nation development. Development दी ही गाल कीती है, बिल्कुल सही है भाई, डी ऑप्शन. महात्मा गांधी प्रूव दैट ओनली लीडरशिप बाय एग्जांपल कैन, की कर सकते हैं भाई. Leadership is raising the appreciation of the people, making them accept sacrifice to achieve a grand vision, and most importantly की है कि reality based ते करन, right? कहने में ऑप्शन की आ रहा है भाई, gain the trust of people so that they are willing to make sacrifice for a large cause, inspire people to eat, dress and travel, mobilize the people to country against colonial rules, भी रूल बना देते जान, fully and properly understand the pulse of people of country, no, ताकि बंदा ट्रस्ट करे ਉਹਦੇ ਤੇ. ठीक है जी. नेक्स्ट है जी एक्सप्रेशन, द एक्सप्रेशन वॉकिंग द टॉक, ਇਹਦਾ मतलब ਕੀ है? वॉकिंग द टॉक मीन्स being diplomatic is one's behavior and words, practicing what one preaches, addressing public gathering in an election campaigning, या talking to the common people by mingling with them. वॉकिंग द टॉक मतलब ਉਹਨਾਂ ਨਾਲ ਗੱਲਬਾਤ ਕਰਨਾ, है ना? तो बी ऑप्शन सही है भाई, प्रैक्टिसिंग व्हाट वन प्रीचेस, भी एक बंदा की चाह रहा है, की करना चाह सकता है या की कर सकता है, ਉਹਦੇ बारे डिस्कस करना. The colonial mindset of dark elite in white mask with the reference to this passages. देखो, mindset of the earliest of the post-colonial society opened my eyes on the role of democracy and entire delegating the process of the poor and disfranchised. The colonial mindset of the dark elite and white mask in post-colonial society, the mindset that ruled and rulers have different sets of rights and responsibilities with a huge asymmetry in favor of the rules was needed to the third piece of the development of the puzzle. की मतलब है भाई? Question number 110. Looking down upon the poor and disadvantaged to the topmost priority of the confidential in official dealing, discriminating people on the bias of color. No. The assumptions that administrators and politicals have more rights and privilege than the common peoples. ताकि कॉमन पीपल्स उस चीज ਨੂੰ ਅੰਡਰਸਟੈਂਡ ਕਰ ਸਕੇ ਕਿ ਉਹਨਾਂ ਕੋਲ ਬਹੁਤ ਸਾਰੇ ਰਾਈਟਸ ਨੇ. Next is extolling the virtues of poverty while living in luxury is an instance on the example of की है जी poverty while living in luxury. देखो ये रहा, extol the virtues of poverty while living in luxury and glorify the rules of life while they are sit comfortable in cities. की मतलब है दा, I see this attitude of the Indian elite every day in how they send their children to English medium schools while forcing the children of the poor into vernacular schools. गरीबी दे बारे गल की गई है भाई. तो की है भाई, ਇਹਦਾ मतलब की है? The ideal of good government, the need of make people adopt a simple life, या a hypocrisy of the people of our country, या practicing what you preach. हाँ जी, की आंसर बनता है भाई? इस गल तो उन्हें की क्या है? The virtues of poverty while living in luxury. Hypocrisy of people of our country, ਇਹਨਾਂ ਬਾਰੇ ਗੱਲ ਕੀਤੀ ਹੈ, एग्जांपल है इस चीज दी.
I realized fairly early that this was the second piece of the development puzzle. अब की मतलब है the underlying part of this sentence is an की है noun clause है verb clause है adjective है या adverb है तय की है भाई noun clause है. This was the second piece of development puzzle that I realized fairly early. This was noun clause. Pick out a word or phrase from the second paragraph of the passage that means same to make something go slower. Second stanza ਦੀ ਗੱਲ ਕੀਤੀ ਗਈ ਹੈ. Pick out a word or phrase. ऐदा ਦਾ word or phrase find out करना है from the second paragraph of the passage that means जिदा मतलब निकलदा होवे to make something. To make something या go slower. The light in decelerating the progress the poor ਆਹੀ ਕਰ ਰਹੇ ਇਹਦਾ मतलब ये है कि जो चीज बड़ी घट जा रही है तो ये ऑप्शन सही है भाई डिसलरेटिंग ठीक है जी ए इज द राइट आंसर जिसका मतलब आही बनता है टू मेक समथिंग गो स्लोअर नेक्स्ट है जी डेवलपमेंट इज अ नाउन विद मेंट एज अ सफिक्स ਹੁਣ ਇਹਨਾਂ ਵਿੱਚੋਂ ਕਿਹੜਾ ਹੈ ਜਿੰਦਾ ਪਿੱਛੇ ਮੈਂਟ ਲੱਗ ਸਕਦਾ ਹੈ ਮੈਂਟ ਲੱਗ ਕੇ ਸਫਿਕਸ ਨਵਾਂ ਸ਼ਬਦ ਬਣ ਸਕਦਾ ਹੈ ਕੋਈ ਨਵਾਂ ਨਾउन ਬਣ ਸਕਦਾ ਹੈ एन्चेंटमेंट एंड्योरमेंट एक्सटॉर्टमेंट एंटरमेंट एंटरमेंट ਹੁੰਦਾ ਨਹੀਂ एक्सटॉर्टमेंट नहीं ਹੁੰਦਾ एंड्योरमेंट या एन्चेंटमेंट ਜਿਹੜਾ ਇੱਕ नाउन बना सके बिकम ए नाउन तो नाउन बनेगा भी एन्चेंटमेंट ए इज द राइट आंसर हेयर नेक्स्ट पैराग्राफ स्टार्ट हो गया भाई पोइम वाला पैराग्राफ है ऑन द टायर्ड हाउसवाइफ on a tired housewife. Here lies a poor woman who was always tired. She lived in a house where help was not hired. He last word no earth on earth were dear friends. I am going to where there is no cooking. मैं उत्थे जाना चाहनी हूं जिथे कोई कुकिंग नहीं है और no washing or sewing or everything there is extent of my wishes. For where there don't eat there's no washing of the dishes बर्तन नहीं धोने पैन जिथे खाओ ही ना I will be where loud anthem will always be ringing but having no voice I will be quiet of my singing don't mourn of my for me now don't mourn for me never I am going to do nothing forever and ever ठीक है जी तो अपन क्वेश्चन रीड कर दें द वुमन डिस्क्राइब इन द पोइम की डिस्क्राइब कर रही है भाई हाँ जी की कर रही है lived in a round house worked in the house of a rich man yeah was very busy doing chores yeah was no more की कर रही है एक वुमन वो कहती है भी मैं उत्थे चली गई I am going to where there is no cooking जिथे कोई कुकिंग नहीं है कोई स्विंग नहीं है कोई कुछ नहीं है कोई बर्तन नहीं करने पैने कोई खान की जरूरत नहीं पैनी बट हैविंग नो वॉइस
ना कोई आवाज है, ना मैं गा सकती हाँ, ना मैं कुछ कर सकती हाँ। हुन मेरी ਉਹ कह रही है भी हुन इस चीज ਨੂੰ ਮੋਰਨ ना करो, मतलब मातम ना मनाओ। डोंट मोर्न मी नेवर, ना ही कदे। आई एम गोइंग टू डू नथिंग फॉर एवर एंड एवर। मैं कदे कुछ नहीं कर सकती हूँ, ना ही ਤੁਹਾਡੇ ਲਈ ਰੋਟੀ ਬਣਾ ਸਕਦੀ ਹਾਂ, ना ही कपड़े धो सकती ਹਾਂ, ना ही कुछ कर सकती ਹਾਂ। मतलब इट वाज शी वाज नो मोर। इस चीज बारे डिस्क्राइब किया जा रहा है कि अगर मैं मर गई तो मैं कुछ भी नहीं कर सकांगी किसी ਲਈ भी। The woman was always tired because she did all the household works without any help. She had hardly anything to eat. She had physically were weak. तो उन्हें ऐसी चीज पीछे लिखे है कि मैं हमेशा काम किया है बिना किसी हेल्प तो। इस चीज तो मैं थक चुकी हाँ, ठीक है ना। द वुमन वांटेड टू गो टू द प्लेस वेयर, ऐदा दी जगह ते वो जाना चाहती है जिथे 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 कुछ भी ना होवे, जिथे वो ना दा बना सके, ना धो सके कपड़े, ना बर्तन धो सके ते ना सी सके कुछ। डी इज द राइट आंसर। हुणे ਆਪਾਂ रीड कर ही चुके सी। द वुमेन्स अकाउंट ऑफ द पोएम शोज, की शो कर दी है भाई इथे, एक औरत के द्वारा लिखी गई दिस कविता की शो कर दी है। हाउ वुमेन कैन एस्केप फ्रॉम वर्क, भजदी है काम तो। हाउ वी शुड हेल्प ईच अदर, हाउ ओवरवर्कड अ हाउसवाइफ इज, भी किन्ना काम हुंदा एक हाउसवाइफ नू ते आपां कह दिंदे कि वेली है घर च, है ना, भी तुसी किता ही की है घर। नो, बहुत वर्क हुंदा भाई, बहुत काम हुंदा है ना। देयर इज नो वर्क हेवन। ਉਹ ਕਿਸ ਨੂੰ ਚੀਜ਼ ਨੂੰ ਕਰ ਕਹਿ ਰਹੀ ਹੈ ਵੀ ਬਹੁਤ ਕੰਮ ਹੈ ਇੱਕ ਹਾਊਸਵਾਈਫ ਦੇ, ਤੇ ਜੈਂਟਸ ਕਹਿ ਦਿੰਦੇ ਵੀ ਕੋਈ ਕੰਮ ਹੀ ਹੈ ਨਹੀਂਗਾ। ਫॉर एवरीथिंग देयर इज एक्सेप्ट टू माय विशेस। in this line the word exact can interpreted to mean, की मतलब है भाई exact दा, exact to my wishes। exact दा मतलब कि according to, leading to, contrary to या contributing to, ਇਹਨਾਂ ਸਾਰਿਆਂ ਚੋਂ ਇੱਕੋ ਹੀ ਹੈ ਵੀ according to ਮੇਰੀ wishes। before everything there is, ਵੀ heaven ਦੇ ਵਿੱਚ ਜਾਂ ਕਹਿ ਲਓ ਜਾਂ ਮਰ ਗਈ ਜਿੱਥੇ ਚਲੇ ਗਈ, ਉਹਦੇ ਵਿੱਚ ਜੋ ਵੀ ਹੋ ਰਿਹਾ according to my wish ਹੋ ਰਿਹਾ। ना मैनू खाना पकाना पएगा, ना मैनू रोटी पकानी पएगी, ना मैनू कुछ करना पएगा। द राइमिंग पैटर्न ऑफ द पोइम, द राइमिंग पैटर्न देख लो भी पोइम दा। हु ऑलवेज ट्राइड, हायर्ड, ए वर्ड, where there is no cooking, no whispering, everything is except my wishes। ठीक है जी। for there is no eating and dishes, ਇੱਥੇ BB CC ES ED अर। ठीक है जी। तो आप देख लेने A BB CC DD, AABB CC DE DDEE। तो ये राइमिंग स्कीम है भाई। ਰਾਈਮਿੰਗ ਸਕੀਮ ਹੁੰਦਾ ਜਿਹੜਾ ਸਾਊਂਡ, ਮਤਲਬ ਇੱਕ ਲਾਈਨ ਦਾ ਜਦੋਂ ਐਂਡ ਆਉਂਦਾ ਸਾਊਂਡ ਸੇਮ ਆਂਦਾ ਹੋਵੇ। ਕਿੱਦਾਂ ਦਾ ਸੇਮ, मतलब ਕੀ ਆ ਰਿਹਾ ਹੈ, ਪਹਿਲਾ ईडी आ रहा है, दूजा ES आ रहा है ਤਾਂ AB हो गया। ठीक है, ਜੇ सेम आ रहा है ਤਾਂ AABB। ठीक है, सो AC guys 2011 ਦਾ ਸੀਟੈਟ ਦਾ ਲਾਸਟ ईयर ਦਾ ਪੇਪਰ, एंड आई होप यू ऑल गाइज अंडरस्टैंड दीज ऑल। ये अपना इंग्लिश का जो पैटर्न से तुहानू समझ आ गया होएगा। ठीक है, एंड थैंक यू गाइज, थैंक यू वेरी मच, हैव अ नाइस डे, टेक केयर। ऐदा ही आपां नैक्सट पेपर्स भी आपां डिस्कस करांगे। ओके गाइज, थैंक यू वेरी मच, टेक केयर, बाय बाय।